A very good day to all. My name is Navneet Kaur, Assistant Professor in Political Science. ਜਿੱਦਾਂ ਕਿ ਅਸੀਂ ਪਿਛਲੇ ਚੈਪਟਰ ਦੇ ਵਿੱਚ ਕੀਤਾ ਸੀ the society different between the state and the society, ਠੀਕ ਹੈ, ਡਿਫਰੈਂਸ ਕੀਤਾ ਸੀ state and society ਦੇ ਵਿੱਚ। ਨੈਕਸਟ ਜਿਹੜਾ ਅਸੀਂ ਕਰਾਂਗੇ ਉਹ ਕਰਾਂਗੇ the government difference between the government and the state, ਠੀਕ ਹੈ, ਕਿ ਗਵਰਨਮੈਂਟ ਔਰ ਸਟੇਟ ਦੇ ਵਿੱਚ ਡਿਫਰੈਂਸ ਕੀ ਹੈ। ਹੁਣ ਤੁਸੀਂ ਸੋਚੋ ਕਿ ਗਵਰਨਮੈਂਟ ਅਲੱਗ ਚੀਜ਼ ਹੈ। ਗਵਰਨਮੈਂਟ ਦੇ ਵਿੱਚ ਨਾ ਕੁਝ ਕੁ ਪਰਸਨ ਆਣਗੇ ਜਿਹੜੇ ਕਿ ਗਵਰਨਮੈਂਟ ਨੂੰ ਚਲਾਉਂਦੇ ਨੇ, ਤੇ ਦ ਸਟੇਟ ਮਤਲਬ ਸਟੇਟ ਦੇ ਵਿੱਚ ਤਾਂ ਸਾਰੇ ਪਰਸਨ ਆ ਜਾਂਦੇ ਆ, ਜਿਵੇਂ ਕਿ ਅਸੀਂ ਸਾਰੇ ਹੋ ਗਏ, ਠੀਕ ਹੈ, ਜਿਵੇਂ ਕਿ ਆਮ ਲੋਕ ਹੋ ਗਏ, ਤੇ ਮਤਲਬ ਜਿਹੜੇ ਗਵਰਨਮੈਂਟ ਦੀ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਦੇ ਆ, ਲਾਈਕ ਨਹੀਂ ਵੀ ਕਰਦੇ। ਫੋਰ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਜਿਹੜੇ ਪਰਸਨ 18 ਸਾਲ ਤੋਂ ਘੱਟ ਹੁੰਦੇ ਨੇ ਗਵਰਨਮੈਂਟ ਦੀ ਕਿਸੇ ਵੀ ਐਕਟੀਵਿਟੀ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਹੈਗੇ। ਬਹੁਤ ਵਾਰੀ ਇੱਕ ਰਾਈਟਰ ਹੈਗਾ, ਸੌਰੀ ਨੇਮ ਜਿਹੜਾ ਹੈਗਾ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ, ਬਟ ਉਸਨੇ ਕਿਹਾ ਸੀਗਾ ਕਿ ਜਿਹੜੇ ਪਰਸਨ 18 ਈਅਰ ਤੋਂ ਘੱਟ ਹੁੰਦੇ ਆ ਉਹ ਇੱਕ ਕਿਸਮ ਦੀ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਅਸੀਂ ਪਾਗਲਾਂ 'ਚ ਵੀ ਕਰ ਸਕਦੇ ਹਾਂ। ਬਿਕੋਜ਼ ਕਿਉਂਕਿ ਉਹ ਤਾਂ ਸਾਡੇ ਮਤਲਬ ਪੋਲੀਟੀਕਲ ਦੀ ਕਿਸੇ ਵੀ ਐਕਟੀਵਿਟੀ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਹੁੰਦੇ, ਤੇ ਨਾ ਹੀ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਹੁੰਦਾ ਜਿਹਦੇ ਥਰੂ ਉਹ ਪੋਲੀਟੀਕਲ ਦੀ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰ ਸਕਣ, ਠੀਕ ਹੈ। ਸੋ ਕਹਿੰਦੇ ਕਿ ਡਿਫਰੈਂਸ ਕਰਨਾ ਵਾ ਸੀ ਗਵਰਨਮੈਂਟ ਐਂਡ ਸਟੇਟਸ ਦੇ ਵਿੱਚ। ਤੁਸੀਂ ਕਹਿਣਾ ਹੈ ਕਿ ਗਵਰਨਮੈਂਟ ਜਿਹੜੀ ਹੈਗੀ ਆ, ਗਵਰਨਮੈਂਟ ਨੂੰ ਚਲਾਉਣ ਦੇ ਲਈ 4 ਥਿੰਗਸ ਦੀ ਜ਼ਰੂਰਤ ਨਹੀਂ ਹੁੰਦੀ। ਸ਼ਾਇਦ ਨਹੀਂ ਮਤਲਬ ਅਗਰ ਤੁਹਾਨੂੰ ਯਾਦ ਹੋਵੇ ਕਿ ਮੈਂ ਤੁਹਾਨੂੰ ਜਦੋਂ ਦਾ ਸਟੇਟ ਚੈਪਟਰ ਕਰਵਾਇਆ ਸੀ, ਮੈਂ ਬੋਲਿਆ ਸੀਗਾ ਕਿ ਦ ਸਟੇਟ ਮਤਲਬ ਇੱਕ ਸਟੇਟ ਨੂੰ ਬਣਨ ਦੇ ਲਈ 4 ਐਲੀਮੈਂਟਸ ਜ਼ਰੂਰੀ ਹੁੰਦੇ ਨੇ। ਫੋਰ ਐਗਜ਼ਾਮਪਲ ਦ ਫਰਸਟ ਵਨ ਇਜ਼ ਦ ਪੋਪੂਲੇਸ਼ਨ, ਐਂਡ ਦ ਸੈਕੰਡ ਵਨ ਇਜ਼ ਦ ਫਿਕਸ ਟੈਰੀਟਰੀ, ਥਰਡ ਇਜ਼ ਅ ਗਵਰਨਮੈਂਟ, ਐਂਡ ਫੋਰਥ ਇਜ਼ ਅ ਸੋਵਰੈਨਿਟੀ, ਠੀਕ ਹੈ। ਤਾਂ ਅਸੀਂ ਕਹਾਂਗੇ ਕਿ ਗਵਰਨਮੈਂਟ ਨੂੰ ਜਿਹੜੀ ਹੈਗੀ ਗਵਰਨਮੈਂਟ ਨੂੰ ਚਲਾਉਣ ਦੇ ਲਈ ਇਹਨਾਂ 4 ਥਿੰਗਸ ਦੀ ਜ਼ਰੂਰਤ ਨਹੀਂ ਹੁੰਦੀ, ਲਾਈਕ 4 ਐਲੀਮੈਂਟਸ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਕੁਝ ਕੁ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਜਿਹੜੇ ਗਵਰਨਮੈਂਟ ਨੂੰ ਚਲਾ ਲੈਂਦੇ ਆ। ਮੈਂ ਇੱਕ ਹੋਰ ਛੋਟਾ ਜਿਹਾ ਵਰਡ ਦੱਸੂਗੀ, ਇਲੀਟ ਪਰਸਨ ਬੋਲਦੇ ਹੈਗੇ ਆ। ਈ ਤੋਂ ਸ਼ੁਰੂ ਹੁੰਦਾ ਇਲੀਟ ਪਰਸਨ, ਠੀਕ ਹੈ। ਇਹ ਗਵਰਨਮੈਂਟ ਦੇ ਪਰਸਨ ਹੁੰਦੇ ਆ, ਕੁਝ ਕੁ ਏਦਾਂ ਦੇ ਪਰਸਨ ਜਿਹੜੇ ਕਿ ਗਵਰਨਮੈਂਟ ਨੂੰ ਚਲਾਉਂਦੇ ਆ, ਗਵਰਨਮੈਂਟ ਦੀਆਂ ਐਕਟੀਵਿਟੀਜ਼ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਆ, ਲੋਕ ਉਹਨਾਂ ਐਕਟੀਵਿਟੀਜ਼ ਦੇ ਥਰੂ ਜਿਹੜਾ ਹੈਗਾ ਪਾਰਟਿਸਿਪੇਟ ਕਰਦੇ ਆ। ਹੁਣ ਦੇਖੋ ਕਿੰਨੀ ਵਾਰੀ ਲੋਕਡਾਊਨ ਹੋ ਚੁੱਕਾ ਹੈ, ਠੀਕ ਹੈ। ਮੰਨ ਲਓ ਮੈਂ ਕਹਿ ਦਵਾਂ ਕਿ ਅੱਜ ਤੋਂ ਬਾਅਦ ਨਿਊਜ਼ ਰਿਪੋਰਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਨਿਊਜ਼ ਚੈਨਲ ਖਤਮ ਕਰ ਦਿੱਤੇ ਜਾਣ, ਠੀਕ ਹੈ। ਬਟ ਮੈਂ ਕਹੂੰਗੀ ਗਵਰਨਮੈਂਟ ਚੱਲੇਗੀ, ਨਿਊਜ਼ ਚੈਨਲ ਖਤਮ ਕਰ ਦਿੱਤੇ ਜਾਣ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਪਹੁੰਚੂਗੀ? ਪੋਸੀਬਿਲਿਟੀ ਨਹੀਂ ਹੈ। ਪੋਸੀਬਿਲਿਟੀ ਕਿੱਦਾਂ ਹੋਏਗੀ? ਜੇ ਗਵਰਨਮੈਂਟਸ ਦੀਆਂ ਐਕਟੀਵਿਟੀਜ਼ ਨੂੰ ਨਿਊਜ਼ਪੇਪਰ ਦੇ ਥਰੂ, ਟੀਵੀ ਦੇ ਥਰੂ, ਠੀਕ ਹੈ, ਰੇਡੀਓ ਚੈਨਲ ਦੇ ਥਰੂ ਤੁਹਾਡੇ ਤੱਕ ਪਹੁੰਚਾਇਆ ਜਾਵੇ, ਠੀਕ ਹੈ, ਫਿਰ ਗਵਰਨਮੈਂਟ ਦੀਆਂ ਐਕਟੀਵਿਟੀਜ਼ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਾਂਗੇ। ਮੈਂ ਇਹ ਗੱਲ ਕਲੀਅਰ ਕਰਨਾ ਚਾਹਨੀ ਆ ਕਿ ਗਵਰਨਮੈਂਟ ਕੀ ਹੈ। ਗਵਰਨਮੈਂਟ ਉਹ ਹੈ ਜਿਹੜੀ ਕਿ ਸਾਡੇ ਲਈ ਰੂਲ ਰੈਗੂਲੇਸ਼ਨਸ ਨੂੰ ਬਣਾਉਂਦੀ ਹੈ। ਉਹਨਾਂ ਰੂਲ ਐਂਡ ਰੈਗੂਲੇਸ਼ਨਸ ਦੇ ਥਰੂ ਹੀ ਅਸੀਂ ਆਪਣੀ ਜਿਹੜੀ ਲਾਈਫ ਹੈਗੀ ਆ ਉਸ ਨੂੰ ਸਪੈਂਡ ਕਰਦੇ ਆ। ਜਿੱਦਣ ਤੁਸੀਂ ਗਵਰਨਮੈਂਟ ਨੂੰ ਕੱਟ ਦੋਗੇ ਨਾ, ਤੁਸੀਂ ਆਪਣੇ ਆਪ ਨੂੰ ਜੰਗਲੀ ਜਾਨਵਰ ਵੀ ਮੰਨ ਸਕਦੇ ਹੋ, ਠੀਕ ਹੈ। ਉਹ ਕਿਸ ਤਰ੍ਹਾਂ? ਹੁਣ ਮੈਂ ਕਹੂੰਗੀ ਗਵਰਨਮੈਂਟ ਹੈ ਨਹੀਂ, ਰੂਲ ਐਂਡ ਰੈਗੂਲੇਸ਼ਨਸ ਹੈ ਨਹੀਂ। ਹੁਣ ਰੂਲ ਇਹ ਹੈਗੇ ਆ ਕਿ ਅਗਰ ਤੁਸੀਂ ਮੇਰੇ ਤੇ ਹਮਲਾ ਕਰਦੇ ਹੋ, ਤੁਸੀਂ ਮੈਨੂੰ ਹਾਰਮ ਕਰਦੇ ਹੋ, ਨੁਕਸਾਨ ਪਹੁੰਚਾਉਂਦੇ ਹੋ, ਦੈਨ ਮੈਂ ਗਵਰਨਮੈਂਟ ਦੇ ਰੂਲ ਦੇ ਅਕੋਰਡਿੰਗ, ਗਵਰਨਮੈਂਟ ਦੇ ਲਾ ਦੇ ਅਕੋਰਡਿੰਗ ਮੈਂ ਤੁਹਾਡੇ ਉੱਤੇ ਕਾਰਵਾਈ ਕਰ ਸਕਦੀ ਹਾਂ, ਠੀਕ ਹੈ। ਹੁਣ ਮੈਂ ਤਾਂ ਗਵਰਨਮੈਂਟ ਹੀ ਖਤਮ ਕਰਤੀ, ਤੁਸੀਂ ਮੈਨੂੰ ਮਾਰੋ ਮੈਂ ਤੁਹਾਨੂੰ ਮਾਰ ਦੂੰਗੀ, ਠੀਕ ਹੈ। 2 ਦਿਨਾਂ 'ਚ ਹੀ ਆਪਣੇ ਦੋਹਾਂ ਦਾ ਕੰਮ ਖਤਮ ਹੋ ਜਾਣਾ। ਸੋ ਗਵਰਨਮੈਂਟ ਜ਼ਰੂਰੀ ਹੈਗੀ ਆ। ਅਸੀਂ ਅਗਰ ਆਪਣੇ ਲਾਈਫ ਸਟਾਈਲ ਨੂੰ ਅੱਛੇ ਤਰੀਕੇ ਦੇ ਨਾਲ ਸਪੈਂਡ ਕਰਨਾ ਹੈਗਾ, ਜੀਣਾ ਹੈਗਾ, ਅਗਰ ਅਸੀਂ ਆਪਣੀ ਚਾਹੁੰਦੇ ਹਾਂ ਕਿ ਸਾਡੀ ਲਿਵਿੰਗ ਜਿਹੜੀ ਹੈਗੀ ਆ ਬਹੁਤ ਅੱਛੇ ਤਰੀਕੇ ਦੀ ਹੋਵੇ, ਤਾਂ ਯਾਦ ਰੱਖਣਾ ਗਵਰਨਮੈਂਟ ਜ਼ਰੂਰੀ ਹੈ, ਕਿਉਂਕਿ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨਸ ਦੇ ਥਰੂ ਹੀ ਅਸੀਂ ਅੱਜ ਬਚੇ ਹੋਏ ਹਾਂ। ਹੁਣ ਤੁਸੀਂ ਮੰਨ ਲਓ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਉਹ ਕਹਿ ਦੇਣ ਕਿ ਮੈਂ ਨਹੀਂ ਮਤਲਬ ਜਨਤਾ ਨੂੰ ਸਾਂਭਣਾ ਹੈਗਾ, ਮਤਲਬ ਮੈਂ ਲੋਕਡਾਊਨ ਨਹੀਂ ਵਧਾਣਾ ਹੈਗਾ, ਇਸ ਤਰ੍ਹਾਂ ਕਰੋ, ਲੋਕ ਆ ਸਕਦੇ ਆ, ਜਾ ਸਕਦੇ ਆ। ਤੁਸੀਂ ਇਟਲੀ ਦਾ ਹਾਲ ਦੇਖਿਆ ਹੋਣਾ, ਕਿੰਨਾ ਜ਼ਿਆਦਾ ਬੁਰੇ ਆ। ਇੱਕ ਦਿਨ ਦੇ ਵਿੱਚ ਕਿੰਨੇ ਹਜ਼ਾਰ ਦੇ ਕਰੀਬ ਮੌਤਾਂ ਹੁੰਦੀਆਂ ਨੇ, ਠੀਕ ਹੈ, ਹੋਈਆਂ ਸੀ। ਚੀਨ ਦੇ ਵਿੱਚ ਤੁਸੀਂ ਦੇਖ ਲੈਣੇ ਆ, ਵੁਹਾਨ ਸ਼ਹਿਰ ਦੇ ਵਿੱਚ ਜਿਹੜਾ ਚੀਨ ਦੇ ਵਿੱਚ ਆ ਜਾਂਦਾ ਹੈਗਾ ਵਾ, ਉੱਥੇ ਤੁਸੀਂ ਦੇਖੋ ਕਿੰਨੀਆਂ ਮੌਤਾਂ ਹੋਈਆਂ ਨੇ। ਕਿਉਂਕਿ ਸਮਾਂ ਰਹਿੰਦਿਆਂ, ਲੋੜ ਰਹਿੰਦਿਆਂ ਉੱਥੋਂ ਦੀ ਗਵਰਨਮੈਂਟ ਜਿਹੜੀ ਹੈਗੀ ਆ ਪੋਸੀਬਲ ਨਹੀਂ ਕਰ ਪਾਈ ਕਿਸੇ ਚੀਜ਼ ਨੂੰ, ਠੀਕ ਹੈ, ਜਿਹਦੇ ਕਾਰਨ ਬਹੁਤ ਮੌਤਾਂ ਜਿਹੜੀਆਂ ਹੋਈਆਂ। ਉਹਨਾਂ ਤੋਂ ਦੇਖ ਕੇ ਸਾਡੀ ਗਵਰਨਮੈਂਟ ਨੇ ਕੀ ਸਟਾਰਟ ਕੀਤਾ? ਲੋਕਡਾਊਨ ਸਟਾਰਟ ਕੀਤਾ। ਲੋਕਡਾਊਨ ਦੇ ਵਿੱਚ ਕੀ ਹੋਇਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ, ਚਾਹੇ ਪ੍ਰੋਬਲਮ ਆਂਦੀ ਹੈ ਮਿਡਲ ਕਲਾਸ ਫੈਮਿਲੀ ਦੇ ਲਈ, ਬਹੁਤ ਸਾਰੀ ਪ੍ਰੋਬਲਮ ਹੈਗੀ ਆ ਕਿ ਪੈਸਾ ਨਹੀਂ ਕਿਸੇ ਸਾਈਡ ਤੋਂ ਆ ਰਿਹਾ, ਲੇਕਿਨ ਅਗਰ ਮੈਂ ਕਹਾਂ ਕਿ ਲੋਕਡਾਊਨ ਨਾ ਕੀਤਾ ਜਾਵੇ ਤਾਂ ਸ਼ਾਇਦ ਅਸੀਂ
ਨਾ ਰਹੀਏ ਇੱਥੇ, ਠੀਕ ਹੈ ਨਾ। ਸੋ ਗਵਰਨਮੈਂਟ ਕੁਝ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਵੀ ਕਰਦੀ ਹੈਗੀ ਜਿਹਦੇ ਥਰੂ ਸਾਨੂੰ ਪਤਾ ਲੱਗਦਾ ਹੈਗਾ ਕਿ ਅਸੀਂ ਆਪਣੀ ਲਾਈਫ ਨੂੰ ਵਿਦਆਊਟ ਗਵਰਨਮੈਂਟ ਜਿਹੜਾ ਹੈਗਾ ਵਾ ਅੱਛੇ ਤਰੀਕੇ ਦੇ ਨਹੀਂ ਲਿਜਾ ਸਕਦੇ ਹੈਗੇ, ਸਰਵਾਈਵ ਨਹੀਂ ਕਰ ਪਾਵਾਂਗੇ ਅਸੀਂ ਆਪਣੀ ਲਾਈਫ ਦੇ ਵਿੱਚ। ਇਹ ਹੈਗੀ ਸਾਡੀ ਗਵਰਨਮੈਂਟ, ਠੀਕ ਹੈ, ਜਿਹੜੇ ਰੂਲ ਐਂਡ ਰੈਗੂਲੇਸ਼ਨਸ ਨੂੰ ਬਣਾਉਂਦੀ ਆ। ਉਸ ਤੋਂ ਬਾਅਦ ਆਂਦਾ ਹੈ ਦਾ ਸਟੇਟ ਦਾ ਕਨਸੈਪਟ ਜਿਹੜਾ ਹੈਗਾ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਜਿਹੜਾ ਹੈਗਾ ਕਲੀਅਰ ਕਰ ਚੁੱਕੀ ਹੈਗੀ ਆ। ਐਂਡ ਸੈਕੰਡ ਹੈਗਾ ਫਿਕਸ ਟੈਰੀਟਰੀ ਇਜ਼ ਐਸੈਂਸ਼ੀਅਲ ਫॉर द ਸਟੇਟ ਨਾਟ ਫॉर द ਗਵਰਨਮੈਂਟ, ਠੀਕ ਹੈ। ਹੁਣ ਫਿਕਸ ਟੈਰੀਟਰੀ ਮਤਲਬ ਫਿਕਸ ਟੈਰੀਟਰੀ ਦਾ ਮਤਲਬ ਹੁੰਦਾ ਇੱਕ ਨਿਸ਼ਚਿਤ ਇਲਾਕਾ, ਠੀਕ ਹੈ। ਇੱਕ ਨਿਸ਼ਚਿਤ ਇਲਾਕਾ ਜ਼ਰੂਰੀ ਹੈਗਾ ਕਿਹਦੇ ਲਈ? ਸਟੇਟ ਲਈ। ਮੈਂ ਸਟੇਟ ਬਣਾਣੀ, ਮੈਨੂੰ ਇਲਾਕਾ ਚਾਹੀਦਾ ਕਿਉਂਕਿ ਮੈਂ ਹਵਾ 'ਚ ਨਹੀਂ ਰਹਿ ਸਕਦੀ, ਠੀਕ ਹੈ ਨਾ। ਮੇਰੇ 'ਚ ਇੰਨੀਆਂ ਸ਼ਕਤੀਆਂ ਨੇ ਕਿ ਮੈਂ ਹਵਾ 'ਚ ਰਵਾਂ, ਮੇਰੇ 'ਚ ਕਿਸੇ 'ਚ ਵੀ ਇੰਨੀਆਂ ਸ਼ਕਤੀਆਂ ਨੇ ਕਿ ਉਹ ਹਵਾ 'ਚ ਰਵੇ, ਠੀਕ ਹੈ। ਤੋ ਨਾਟ ਫॉर द ਗਵਰਨਮੈਂਟ। ਗਵਰਨਮੈਂਟ ਲਈ ਜ਼ਰੂਰੀ ਨਹੀਂ ਹੈ ਕਿ ਫਿਕਸ ਟੈਰੀਟਰੀ ਹੋਣੀ ਚਾਹੀਦੀ ਹੈ। ਗਵਰਨਮੈਂਟ ਤਾਂ ਬਣ ਗਈ ਬਸ 4-5 ਬੰਦਿਆਂ ਦੇ ਨਾਲ, ਗਵਰਨਮੈਂਟ ਤੋਂ ਬਣ ਗਈ, ਠੀਕ ਹੈ। ਗਵਰਨਮੈਂਟ ਦੇ EMPLOYE ਹੈਗੇ ਨੇ ਅੱਗੇ ਤੋਂ ਅੱਗੇ, ਗਵਰਨਮੈਂਟ ਤੋਂ ਬਣ ਜਾਏਗੀ ਈਜ਼ੀਲੀ ਫਿਕਸ ਟੈਰੀਟਰੀ ਦੇ ਬਿਨਾ। ਲੇਕਿਨ ਫਿਕਸ ਟੈਰੀਟਰੀ ਦੇ ਬਿਨਾ ਜਿਹੜੀ ਹੈਗੀ ਸਟੇਟ ਨਹੀਂ ਬਣ ਸਕਦੀ। ਹੁਣ ਤੁਹਾਡਾ ਕੁਐਸਚਨ ਇਹ ਵੀ ਹੋ ਸਕਦਾ ਹੈ ਕਿ ਮੰਨ ਲਓ ਤੁਸੀਂ ਕਹਿੰਦੇ ਪਏ ਆ ਕਿ ਗਵਰਨਮੈਂਟ ਜਿਹੜੀ ਹੈਗੀ ਫਿਕਸ ਟੈਰੀਟਰੀ ਦੇ ਬਿਨਾ ਰਹਿ ਸਕਦੀ ਹੈ, ਇਹਦਾ ਮਤਲਬ ਕਿ ਗਵਰਨਮੈਂਟ ਦੇ ਬੰਦੇ ਹਵਾ 'ਚ ਉੱਡਦੇ ਨੇ? ਨਹੀਂ, ਕਾਮਨ ਸੈਂਸ ਹੈਗੀ ਆ ਕਿ ਫਿਕਸ ਟੈਰੀਟਰੀ ਦਾ ਮਤਲਬ ਹੈ ਇੱਕ ਨਿਸ਼ਚਿਤ ਇਲਾਕਾ। ਮਤਲਬ ਹੁਣ ਮੈਂ ਇੱਕ ਇਲਾਕੇ ਦੇ ਵਿੱਚ ਗਵਰਨਮੈਂਟ ਦੇ ਕੁਝ ਪਰਸਨ ਇਕੱਠੇ ਕਰ ਦੂੰਗੀ ਤੇ ਉਹ ਤਾਂ ਤੁਹਾਡੇ ਇਲਾਕਿਆਂ 'ਚ ਪਹੁੰਚਣਗੇ ਹੀ ਨਹੀਂ, ਠੀਕ ਹੈ ਨਾ। ਗਵਰਨਮੈਂਟ ਦੇ ਜਿਹੜੇ ਪਰਸਨ ਹੁੰਦੇ ਉਹ ਸਪਰੈਡ ਹੁੰਦੇ ਆ ਸਾਰੇ ਪਾਸੇ, ਠੀਕ ਹੈ। ਤਾਂ ਹੀ ਉਹ ਤੁਹਾਡੀਆਂ ਹਰ ਕੋਈ ਐਕਟੀਵਿਟੀਜ਼ ਜਾ ਕੇ ਗਵਰਨਮੈਂਟ ਨੂੰ ਦੱਸੀਆਂ ਜਾਂਦੀਆਂ। ਤਾਂ ਹੀ ਉਹ ਤਾਂ ਪਤਾ ਚੱਲਦਾ ਹੈ ਕਿ ਲੋਕੀ ਲੋਕਡਾਊਨ ਵਿੱਚ ਵੀ ਬਾਹਰ ਫਿਰ ਰਹੇ ਹੈਗੇ ਨੇ, ਮਜ਼ਾਕ ਉਡਾ ਰਹੇ ਹੈਗੇ ਨੇ ਲੋਕਡਾਊਨ ਦਾ। ਕਿੱਥੋਂ ਪਤਾ ਚੱਲਦਾ ਹੈ? ਗਵਰਨਮੈਂਟ ਦੇ EMPLOYE ਜਾ ਕੇ ਗਵਰਨਮੈਂਟ ਨੂੰ ਦੱਸਦੇ ਨੇ। ਤਾਂ ਹੀ ਉਹ ਤਾਂ ਆਉਂਦੇ ਟਾਈਮ ਦੇ ਵਿੱਚ ਜਿਹੜੀਆਂ ਹੈਗੀਆਂ ਤੁਹਾਡੀਆਂ ਨਵੀਆਂ ਐਕਟੀਵਿਟੀਆਂ ਜਿਹੜੀਆਂ ਤੁਸੀਂ ਆਪਣੇ ਘਰ ਕਰਦੇ ਹੈਗੇ ਹੋ ਗਵਰਨਮੈਂਟ ਤੱਕ ਪਹੁੰਚਦੀਆਂ ਹੈਗੀਆਂ ਨੇ, ਠੀਕ ਹੈ। ਸੋ ਨੈਕਸਟ ਹੈਗਾ ਸਟੇਟ ਇਜ਼ ਸੋਵਰਨ, ਗਵਰਨਮੈਂਟ ਇਜ਼ ਨਾਟ। ਮੈਂ ਸੋਵਰਨ ਜਿਹੜਾ ਮਤਲਬ ਦੱਸਦੀ ਹਾਂ, ਮੈਂ ਪਿਛਲੀ ਵਾਰੀ ਇਹਨੂੰ ਦੱਸਿਆ ਸੀ ਸੋਵਰੈਨਿਟੀ। ਮੈਂ ਬੋਲਿਆ ਸੀ ਇੱਕ ਵਰਡ ਯਾਦ ਰੱਖਣਾ, ਫ੍ਰੀ ਫਰॉम द एक्सटर्नल एंड द इंटरनल कंट्रोल, ठीक है। कि स्टेट इज सॉवरन, स्टेट ਜਿਹੜੀ ਹੈ ਸੋਵਰਨ, ਫ੍ਰੀ ਫਰॉम द एक्सटर्नल एंड इंटरनल कंट्रोल। ਇੱਥੇ ਕੋਈ ਕੰਟਰੋਲ ਨਹੀਂ ਕਰ ਸਕਦਾ, ਇੰਟਰਨਲ ਤੇ ਐਕਸਟਰਨਲ ਹੀ ਫ੍ਰੀ ਆ। ਗਵਰਨਮੈਂਟ ਇਜ਼ ਨਾਟ, ਜਿਹੜੀ ਗਵਰਨਮੈਂਟ ਹੈ ਉਹ ਫ੍ਰੀ ਨਹੀਂ ਹੈ। ਹੁਣ ਤੁਸੀਂ ਦੇਖੋ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈਗੇ ਨੇ, ਸਾਡੇ PM ਮੋਦੀ ਹੈਗੇ ਨੇ, ਦੂਜੇ ਦੇਸ਼ਾਂ ਦੇ ਨਾਲ ਜਾ ਕੇ ਕੀ ਕਰਦੇ ਨੇ? ਰਿਲੇਸ਼ਨ ਬਣਾਉਂਦੇ ਨੇ। ਅਗਰ ਅਸੀਂ ਦੂਜੇ ਦੇਸ਼ਾਂ ਨਾਲ ਜਾ ਕੇ ਰਿਲੇਸ਼ਨ ਬਣਾਉਂਦੇ ਆ ਨਾ ਤਾਂ ਮਤਲਬ ਕੀ ਬਣਦਾ ਹੈਗਾ? ਅਸੀਂ ਕੁਝ ਉਹਨਾਂ ਦੇ ਰੂਲ ਆਪਣੇ ਵਿੱਚ ਫੋਲੋ ਕਰਾਂਗੇ। ਜਿੱਦਾਂ ਹੁਣ ਮੈਂ ਬੋਲੂੰਗੀ ਅਮਰੀਕਾ ਵਾਲਿਆਂ ਨੂੰ ਕਿ ਮੈਨੂੰ ਜਿਹੜੇ ਹੈਗੇ ਨਿਊਕਲੀਅਰ ਬੰਬ ਚਾਹੀਦੇ ਨੇ, ਮੈਂ ਤੁਹਾਨੂੰ ਦੱਸਦਾ ਅਸੀਂ ਨਿਊਕਲੀਅਰ ਬੰਬ ਦਾ ਮਟੀਰੀਅਲ ਜਿਹੜਾ ਹੈਗਾ ਬਹੁਤ ਵਾਰੀ ਉਹਨਾਂ ਦੇ ਕੋਲ ਵੀ ਲਿਆ ਹੈ। 2018 ਦੇ ਵਿੱਚ ਜਿਹੜਾ ਹੈਗਾ ਸਾਡੇ ਡਾਕਟਰ ਮਨਮੋਹਨ ਸਿੰਘ ਜਦੋਂ ਸਾਡੇ ਰਹਿ ਚੁੱਕੇ ਸੀ PM, ਤੇ ਉਹਨਾਂ ਨੇ ਸਾਨੂੰ ਮਤਲਬ ਉਹਨਾਂ ਦੇ ਥਰੂ ਜਿਹੜੀਆਂ ਐਕਟੀਵਿਟੀਜ਼ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ। ਸੋ ਗਵਰਨਮੈਂਟ ਜਿਹੜੀ ਹੈਗੀ ਆ, ਗਵਰਨਮੈਂਟ ਦੇ ਲਈ ਸੋਵਰੈਨਿਟੀ ਨਹੀਂ ਹੋ ਸਕਦੀ ਕਿਉਂਕਿ ਗਵਰਨਮੈਂਟ ਫ੍ਰੀ ਨਹੀਂ ਹੈ। ਅਸੀਂ ਦੂਜੇ ਦੇਸ਼ਾਂ ਦੇ ਨਾਲ ਜਦੋਂ ਕੋਈ ਰਿਲੇਸ਼ਨ ਬਣਾਉਂਦੇ ਆ ਤੇ ਕੁਝ ਉੱਥੋਂ ਦੀਆਂ ਚੀਜ਼ਾਂ ਨੂੰ ਸਾਨੂੰ ਫੋਲੋ ਕਰਨਾ ਪੈਂਦਾ ਹੈ। ਅਗਰ ਉਹਨਾਂ ਨੇ ਸਾਡੇ ਕੋਲ ਮਟੀਰੀਅਲ ਲਿਆ ਵਾ ਤੇ ਕੁਝ ਰੂਲ ਅਸੀਂ ਬਣਾਵਾਂਗੇ ਜਿਹੜੇ ਉਹਨਾਂ ਨੂੰ ਫੋਲੋ ਕਰਨੇ ਪੈਣਗੇ, ਠੀਕ ਹੈ। ਅਸੀਂ ਬੋਲਦੇ ਸਾਡੇ ਸਟੇਟ ਸੋਵਰਨ ਹੈ, ਠੀਕ ਹੈ ਬੇਟਾ, ਸਟੇਟ ਸੋਵਰਨ ਹੈ, ਗਵਰਨਮੈਂਟ ਸੋਵਰਨ ਨਹੀਂ ਹੈ। ਗਵਰਨਮੈਂਟ ਫਿਰ ਵੀ ਕਿਸੇ ਦੇ ਅੰਡਰ ਰਹਿ ਕੇ ਹੀ ਕੰਮ ਕਰਦੀ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਵਾ ਮੈਂਬਰਸ਼ਿਪ ਆਫ ਦ ਸਟੇਟ ਇਜ਼ ਕੰਪਲਸਰੀ ਨਾਟ ਫॉर द ਗਵਰਨਮੈਂਟ। ਹੁਣ ਤੁਸੀਂ ਦੇਖੋ ਮੈਂਬਰਸ਼ਿਪ ਆਫ ਦ ਸਟੇਟ ਇਜ਼ ਕੰਪਲਸਰੀ ਕਿੱਦਾਂ? ਮਤਲਬ ਜਿਹੜੀ ਮੈਂਬਰਸ਼ਿਪ ਹੈਗੀ ਸਟੇਟ ਦੀ ਕੰਪਲਸਰੀ ਆ, ਮਤਲਬ ਤੁਹਾਨੂੰ ਆਧਾਰ ਕਾਰਡ ਬਣਾਣੇ ਹੀ ਪੈਣੇ ਹੈਗੇ ਆ। ਚਾਹੇ ਆਧਾਰ ਕਾਰਡ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਅਸੀਂ ਆਧਾਰ ਕਾਰਡ ਵਾਲੇ ਪਰਸਨ ਹੈਗੇ ਆ ਜਾਂ ਨਹੀਂ, ਬਟ ਵਟਐਵਰ ਜੋ ਵੀ ਹੈ, ਬਟ ਫਿਰ ਵੀ ਕੰਪਲਸਰੀ ਹੈ। ਕੀ ਕੰਪਲਸਰੀ ਹੈ? ਮਤਲਬ ਸਟੇਟ ਦਾ ਮੈਂਬਰ ਹੋਣਾ ਕੰਪਲਸਰੀ ਹੈ। ਹੁਣ ਮੈਂ ਕਹਾਂ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈਗਾ, ਤੁਸੀਂ ਜਾ ਕੇ ਕਿਸੇ ਜਗ੍ਹਾ ਤੇ ਐਡਮਿਸ਼ਨ ਲੈ ਕੇ ਦਿਖਾ ਦਿਓ, ਪੋਸੀਬਿਲਿਟੀ ਨਹੀਂ ਹੈ। ਪਹਿਲਾਂ ਤਾਂ ਤੁਸੀਂ ਸਟੇਟ ਦੇ ਮੈਂਬਰ ਹੀ ਨਹੀਂ ਮੰਨੇ ਜਾਓਗੇ, ਠੀਕ ਹੈ। ਦੂਸਰਾ ਨਾਟ ਫॉर द ਗਵਰਨਮੈਂਟ। ਹੁਣ ਜੇ ਮੈਂ ਕਹਾਂ ਮੈਂ ਗਵਰਨਮੈਂਟ ਦਾ ਪਰਸਨ ਨਹੀਂ ਹੈਗਾ ਜੀ, ਮੈਂ ਐਡਮਿਸ਼ਨ ਲੈਣੀ ਹੈ, ਨਾ ਹੋਵਾਂ, ਠੀਕ ਹੈ, ਫਿਰ ਕੀ ਹੈ? ਗਵਰਨਮੈਂਟ ਤੇ ਤਾਂ ਵੈਸੇ ਵੀ ਥੋੜੇ ਜਿਹੇ ਪਰਸਨ ਹੁੰਦੇ ਆ। ਗਵਰਨਮੈਂਟ ਦਾ ਪਰਸਨ ਹੋਣਾ ਲਾਜ਼ਮੀ ਨਹੀਂ ਆ, ਸਟੇਟ ਦਾ ਪਰਸਨ ਹੋਣਾ ਲਾਜ਼ਮੀ ਆ। ਬਿਕੋਜ਼ ਜਦੋਂ ਤੱਕ ਤੁਹਾਡੇ ਆਧਾਰ ਕਾਰਡ, ਠੀਕ ਹੈ, ਤੁਹਾਡੇ ਨੀਲੇ ਕਾਰਡ ਵਟਐਵਰ, ਠੀਕ ਹੈ, ਗ੍ਰੀਨ ਕਾਰਡ, ਯੈਲੋ ਕਾਰਡ ਵਟਐਵਰ ਜੋ ਵੀ ਬਣਿਆ ਹੋਇਆ ਵਾ, ਜਾਂ ਫਿਰ ਤੁਹਾਡਾ ਆਇਡੈਂਟੀਟੀ ਵਿੱਚ ਸ਼ੋ ਹੁੰਦੀ ਹੈ ਕਿ ਤੁਸੀਂ 18 ਈਅਰ ਦੇ ਹੋ ਗਏ ਹੈਗੇ ਹੋ, ਠੀਕ ਹੈ। ਉਹ ਜਿਹੜੇ ਕਾਰਡ ਹੈਗੇ ਨੇ ਤੁਹਾਡੀ ਆਇਡੈਂਟੀਟੀ ਸ਼ੋ ਕਰਦੇ ਨੇ ਕਿ ਤੁਸੀਂ ਕਿਹੜੇ ਏਰੀਆ, ਠੀਕ ਹੈ, ਕਿਹੜੀ ਲੋਕੇਸ਼ਨ ਦੇ ਨਾਲ ਤੁਸੀਂ ਬਿਲੋਂਗ ਰੱਖਦੇ ਹੋ। ਸੋ ਮੈਂਬਰਸ਼ਿਪ ਆਫ ਦ ਸਟੇਟ ਇਜ਼ ਦ ਕੰਪਲਸਰੀ ਨਾਟ ਫॉर द ਗਵਰਨਮੈਂਟ, ਠੀਕ ਹੈ।
ਕਹਿੰਦੇ ਕਿ ਸਟੇਟ ਵਿਦਆਊਟ ਗਵਰਨਮੈਂਟ ਇਜ਼ ਨਾਟ ਪੋਸੀਬਲ। ਕਹਿੰਦੇ ਸਟੇਟ ਗਵਰਨਮੈਂਟ ਤੋਂ ਬਿਨਾ ਨਹੀਂ ਰਹਿ ਸਕਦੀ। ਮੈਂ ਆਲਰੇਡੀ ਤੁਹਾਨੂੰ ਬੋਲਿਆ ਸਟੇਟ ਦੇ ਵਿੱਚ ਮੈਂ ਗਵਰਨਮੈਂਟ ਖਤਮ ਕਰ ਦੂੰਗੀ ਤੇ ਤੁਸੀਂ ਔਰ ਮੈਂ ਲੋਕ ਆਪਾਂ ਸਭ ਇੱਕ ਐਨੀਮਲ ਦੀ ਤਰ੍ਹਾਂ ਹੋਵਾਂਗੇ, ਜਾਨਵਰ ਹੋਵਾਂਗੇ। ਅਸੀਂ ਇੱਕ ਦੂਜੇ ਨੂੰ ਮਾਰਾਂਗੇ, ਇੱਕ ਦੂਜੇ ਦਾ ਬਲੱਡ ਸ਼ੈਡ ਕਰਾਂਗੇ, ਖੂਨ ਖਰਾਬਾ ਕਰਾਂਗੇ, ਠੀਕ ਹੈ, ਕੋਈ ਕਿਉਂਕਿ ਰੂਲ ਹੀ ਹੈ ਨਹੀਂ। ਬਟ ਗਵਰਨਮੈਂਟ ਇਜ਼ ਨਾਟ ਪੋਸੀਬਲ ਵਿਦਆਊਟ ਦ ਸਟੇਟ। ਗਵਰਨਮੈਂਟ ਪੋਸੀਬਲ ਹੈ ਨਹੀਂ, ਠੀਕ ਹੈ, ਵਿਦਆਊਟ ਦਾ ਸਟੇਟ। ਸਟੇਟ ਤੋਂ ਬਿਨਾ ਜਿਹੜੀ ਗਵਰਨਮੈਂਟ ਹੈਗੀ ਉਹ ਪੋਸੀਬਲ ਨਹੀਂ ਹੈਗੀ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਜਿਹੜਾ ਕਹਿੰਦੇ ਸਟੇਟ ਆਰ ਸਿਮਿਲਰ ਐਵਰੀਵੇਅਰ ਐਂਡ ਗਵਰਨਮੈਂਟ ਆਰ ਨਾਟ। ਕਹਿੰਦੇ ਸਟੇਟ ਹਰ ਜਗ੍ਹਾ ਸਿਮਿਲਰ ਹੁੰਦੀ ਹੈ। ਸਿਮਿਲਰ ਦਾ ਮਤਲਬ ਸਮਝਦੇ ਹੋ ਨਾ, ਹਰ ਜਗ੍ਹਾ ਇੱਕੋ ਜਿਹਾ ਹੋਣਾ। ਬਟ ਗਵਰਨਮੈਂਟ ਇਜ਼ ਨਾਟ। ਹੁਣ ਤੁਸੀਂ ਕਹੋਗੇ ਸਟੇਟ ਕਿੱਦਾਂ ਸਿਮਿਲਰ? ਸਟੇਟ ਬੇਟੇ ਇਦਾਂ ਸਿਮਿਲਰ ਹੈ, ਸਟੇਟ ਜਿੱਥੇ ਵੀ ਬਣੂਗੀ 4 ਐਲੀਮੈਂਟ ਆਰ ਦਾ ਐਸੈਂਸ਼ੀਅਲ ਫॉर ਦ ਸਟੇਟ, ਠੀਕ ਹੈ, 4 ਚੀਜ਼ਾਂ ਦਾ ਹੋਣਾ ਜ਼ਰੂਰੀ ਹੋਏਗਾ ਜਿਹੜੀਆਂ ਮੈਂ ਤੁਹਾਨੂੰ ਕਹਿੰਦੀ ਹਾਂ। ਗਵਰਨਮੈਂਟ ਇਜ਼ ਨਾਟ। ਗਵਰਨਮੈਂਟ ਹਰ ਇੱਕ ਜਗ੍ਹਾ ਇੱਕੋ ਜਿਹੀ ਨਹੀਂ ਹੁੰਦੀ। ਫॉर ਐਗਜ਼ਾਮਪਲ ਦੇ ਤੌਰ ਤੇ ਕਹਿੰਦੇ ਕਿ ਤੁਸੀਂ ਦੇਖੋ ਕਿ ਗਵਰਨਮੈਂਟ ਕਿਸ ਤਰ੍ਹਾਂ ਨਹੀਂ ਸੇਮ ਹੈਗੀ। ਹੁਣ ਤੁਸੀਂ ਦੇਖੋ ਕਿ ਚਾਈਨਾ ਦੇ ਵਿੱਚ ਡਿਕਟੇਟਰਸ਼ਿਪ ਚੱਲ ਰਹੀ ਹੈਗੀ ਆ, ਸਾਡੇ ਇੱਥੇ ਕਿਹੜੀ ਗਵਰਨਮੈਂਟ ਚੱਲ ਰਹੀ ਹੈਗੀ? ਸਾਡੇ ਇੱਥੇ ਗਵਰਨਮੈਂਟ ਚੱਲ ਰਹੀ ਹੈਗੀ ਹੈ ਡੈਮੋਕ੍ਰੇਸੀ ਦੀ ਗਵਰਨਮੈਂਟ। ਸੋ ਗਵਰਨਮੈਂਟ ਹਰੇਕ ਜਗ੍ਹਾ ਸੇਮ ਨਹੀਂ ਹੋ ਸਕਦੀ। ਇਹ ਮੈਂ ਤੁਹਾਨੂੰ ਗਵਰਨਮੈਂਟ ਦੀ ਜਿਹੜੀ ਹੈਗੀ ਫਾਰਮ ਦੱਸੀ ਸੀ, ਜਿਹੜੀ ਤੁਹਾਨੂੰ ਡੈਮੋਕ੍ਰੇਸੀ ਐਂਡ ਡਿਕਟੇਟਰਸ਼ਿਪ ਦੱਸਦਾ। ਮੈਂ ਐਗਜ਼ਾਮਪਲ ਇਹ ਦੇਣਾ ਚਾਹੂੰਗੀ, ਸੌਰੀ ਉਹ ਐਗਜ਼ਾਮਪਲ ਮੇਰੇ ਕੋਲ ਥੋੜੀ ਮਿਸਟੇਕ ਹੋ ਗਈ, ਗਲਤ ਹੋ ਗਈ। ਕਹਿੰਦੇ ਫॉर ਐਗਜ਼ਾਮਪਲ ਇਨ ਇੰਡੀਆ देयर इज अ पार्लियामेंट फॉर्म ऑफ गवर्नमेंट, ठीक है। इंडिया ਦੇ ਵਿੱਚ ਕਿਹੜੀ ਗਵਰਨਮੈਂਟ ਹੈ? ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਹੈ, ਠੀਕ ਹੈ। ਡੈਮੋਕ੍ਰੇਸੀ ਔਰ ਡਿਕਟੇਟਰਸ਼ਿਪ ਮੈਂ ਦੂਸਰੀ ਫਾਰਮ ਦੇ ਦਿੱਤੀਆਂ ਸੀ, ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈਗਾ। ਔਰ ਤੁਸੀਂ ਦੇਖੋ ਕਿ whereas is a US is a presidential form of government, in Canada there is a federal form of government, whereas in China is a unitary form of government, ठीक है। सो हर जगह ਦੇ ਉੱਤੇ ਜਿਹੜੀਆਂ ਗਵਰਨਮੈਂਟਸ ਹੈਗੀਆਂ ਨੇ ਉਹ ਵੱਖਰੇ ਵੱਖਰੇ ਟਾਈਪ ਦੀਆਂ ਹੈਗੀਆਂ ਨੇ। ਕਿਸੇ ਤੇ ਪ੍ਰੈਜ਼ੀਡੈਂਟਲ ਫਾਰਮ ਆਫ ਗਵਰਨਮੈਂਟ ਹੈ, ਕਿਸੇ ਤੇ ਯੂਨਿਟਰੀ ਫਾਰਮ ਆਫ ਗਵਰਨਮੈਂਟ ਹੈ, ਕਿਸੇ ਤੇ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਹੈ। ਬਟ ਜਿਹੜੀ ਹੈਗੀ ਆ ਤੁਹਾਡੀ ਸਟੇਟ ਦੇ ਲਈ ਦਾ ਫੋਰਨ ਸਟੇਸ਼ਨਲ ਐਲੀਮੈਂਟਸ ਆਰ ਦਾ ਇੰਪੋਰਟੈਂਸ। ਸੋ ਮੈਨੂੰ ਲੱਗਦਾ ਕਿ ਅੱਜ ਦਾ ਟੌਪਿਕ ਇੱਥੇ ਬਹੁਤ ਹੋਣਾ ਚਾਹੀਦਾ ਹੈ। ਆਈ ਹੋਪ ਸੋ ਕਿ ਤੁਹਾਨੂੰ ਅੱਜ ਦਾ ਟੌਪਿਕ ਸਮਝ ਆਇਆ ਹੋਵੇਗਾ। ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਟੌਪਿਕ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਥੈਂਕ ਯੂ, ਧੰਨਵਾਦ।